ਰੋਜ਼ਾਨਾ ਲੋਕ ਨਾਦ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਅੱਜ ਕਬੀਰ ਜਯੰਤੀ ਦੇ ਮੌਕੇ ਤੇ ਸਭ ਨੂੰ ਮੁਬਾਰਕਬਾਦ ਦਿੰਦੇ ਹਾਂ। ਭਗਤ ਕਬੀਰ ਜੀ ਦਾ ਅੱਜ ਜਨਮ ਦਿਵਸ ਹੈ, ਉਹ ਤੇ ਉਹਨਾਂ ਦੇ ਜੀਵਨ ਤੇ ਵੀ ਜਿਹੜਾ ਕੁਝ ਦੇਰ ਚਾਨਣਾ ਪਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਦੇ ਨਾਲ ਬੈਕਫੁੱਟ ਤੇ ਚਲੇ ਗਏ ਜਾਪਦੇ ਨੇ। ਹਾਈ ਕਮਾਨ ਦਾ ਰੁਖ ਕੈਪਟਨ ਅਮਰਿੰਦਰ ਸਿੰਘ ਦੇ ਲਈ ਗਰਮ ਤੇ ਨਵਜੋਤ ਸਿੰਘ ਸਿੱਧੂ ਦੇ ਲਈ ਨਰਮ ਜਾਪਦਾ ਹੈ। ਅਜਿਹਾ ਕਿਉਂ ਕਹਿ ਰਹੇ ਹਾਂ? ਅਜਿਹੀਆਂ ਬੀਤੀ ਰਾਤ ਕੀ ਕੁਝ ਗੱਲਾਂ ਬਾਤਾਂ ਹੋਈਆਂ, ਹਾਈ ਕਮਾਨ ਦੇ ਵੱਲੋਂ ਕੀ ਕੁਝ ਕਿਹਾ ਗਿਆ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਬਾਰੇ ਬੀਤੀ ਰਾਤ ਉਹਨਾਂ ਦੇ ਵੱਲੋਂ ਕੀ ਸੋਚਿਆ ਗਿਆ, ਇਸ ਤੇ ਵੀ ਗੱਲਬਾਤ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਨੇ ਇੱਕ ਹੋਰ ਪੰਗਾ ਹਾਈ ਕਮਾਨ ਦੇ ਨਾਲ ਛੇੜ ਲਿਆ। ਹਾਈ ਕਮਾਨ ਨੂੰ ਚੁਣੌਤੀ ਦੇ ਕੇ ਆ ਬੈਲ ਮੁਝੇ ਮਾਰ ਵਾਲੀ ਗੱਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਦੇ OSD ਅੰਕਿਤ ਬਾਂਸਲ ਦੇ ਵੱਲੋਂ ਹਾਈ ਕਮਾਨ ਨੂੰ ਇੱਕ ਪੋਸਟ ਦੇ ਜ਼ਰੀਏ ਸਿੱਧੀ ਚੁਣੌਤੀ ਦੇ ਦਿੱਤੀ ਹੈ। ਇਹ ਉਹੀ OSD ਅੰਕਿਤ ਬਾਂਸਲ ਨੇ ਜਿਨ੍ਹਾਂ ਦਾ ਨਾਮ ਮਸ਼ਹੂਰ ਡਰੱਗ ਤਸਕਰ ਗੁਰਦੀਪ ਸਿੰਘ ਰਾਣੋ ਦੇ ਕੇਸ ਦੇ ਵਿੱਚ ਜੁੜਿਆ ਸੀ। ਉਹਨਾਂ ਦੇ ਕਰੀਬੀ ਹੋਣ ਦੇ ਉਹਨਾਂ ਤੇ ਇਲਜ਼ਾਮ ਲੱਗੇ ਸੀ, ਪਰ ਅਫਸੋਸ ਕਿਸੇ ਤਰੀਕੇ ਦੀ ਇਸ ਮਾਮਲੇ ਦੇ ਵਿੱਚ ਜਾਂਚ ਨਹੀਂ ਕੀਤੀ ਗਈ। ਕੋਈ ਵੀ ਜਾਂਚ ਪੜਤਾਲ ਇਹਦੇ ਵਿੱਚ ਨਾ ਕਰਨ ਦੇ ਕਰਕੇ ਅੰਕਿਤ ਬਾਂਸਲ ਖੁੱਲ੍ਹੇਆਮ ਘੁੰਮ ਰਹੇ ਨੇ ਬਾਹਰ ਕੈਪਟਨ ਅਮਰਿੰਦਰ ਸਿੰਘ ਦੇ OSD ਬਣ ਕੇ। ਇਸ ਤੇ ਵੀ ਗੱਲਬਾਤ ਕਰਾਂਗੇ। ਆਖਰ OSD ਅੰਕਿਤ ਬਾਂਸਲ ਦੇ ਵੱਲੋਂ ਹਾਈ ਕਮਾਨ ਨੂੰ ਸਿੱਧੇ ਤੌਰ ਤੇ ਚੁਣੌਤੀ ਆਪਣੇ ਵੱਲੋਂ ਚਮਚਾਗਿਰੀ ਮਾਰ ਲਈ ਕੀਤੀ ਗਈ ਹੈ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਕੀਤੀ ਗਈ ਹੈ? ਇਸ ਤੇ ਵਿਚਾਰ ਚਰਚਾ ਕਰਾਂਗੇ ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਆਖਿਰ ਹਾਈ ਕਮਾਨ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਇਗਨੋਰ ਕਿਉਂ ਮਾਰਨ ਲੱਗ ਗਈ ਹੈ, ਕੀ ਕੁਝ ਨਵੀਂ ਰਣਨੀਤੀ ਬਣਾਈ ਗਈ ਹੈ ਬੀਤੀ ਰਾਤ ਉਹਨਾਂ ਦੇ ਵੱਲੋਂ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ। ਇੱਕ ਇੱਕ ਗੱਲ ਜਿਹੜੀ ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ। ਪ੍ਰਤਾਪ ਸਿੰਘ ਬਾਜਵਾ ਕੀ ਕਹਿੰਦੇ ਨੇ, ਸੁਨੀਲ ਜਾਖੜ ਕੀ ਕਹਿੰਦੇ ਨੇ, ਸਾਰੀਆਂ ਗੱਲਾਂ ਬਾਤਾਂ ਦੱਸਾਂਗੇ ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ SIT ਦੇ ਸ਼ਿਕੰਜੇ ਦੇ ਵਿੱਚ ਹੁਣ ਸੁਖਬੀਰ ਸਿੰਘ ਬਾਦਲ ਵੀ ਆ ਗਏ ਜਾਪਦੇ ਨੇ। ਇਸ ਤੇ ਵੀ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਰਾਜਨੀਤਿਕ ਮਾਹਰ ਦੇ ਤੌਰ ਤੇ ਜੁੜੇ ਹੋਏ ਨੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਸ਼ੁਰੂਆਤ ਸੰਤ ਕਬੀਰ ਜੀ ਦੀ ਜਿਹੜੀ ਅੱਜ ਕਬੀਰ ਜਯੰਤੀ ਉੱਥੋਂ ਹੀ ਕਰੀਏ। ਮੈਂ ਚਾਹੁੰਦਾ ਕਿ ਥੋੜਾ ਜਿਹਾ ਉਹਨਾਂ ਦੇ ਜੀਵਨ ਬਾਰੇ ਆਪਣੇ ਦਰਸ਼ਕਾਂ ਨੂੰ ਜ਼ਰੂਰ ਜਾਣਨਾ ਪਏ। ਸੁਖਵਿੰਦਰ ਜੀ, ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਕਬੀਰ ਜਯੰਤੀ ਦੀਆਂ ਬਹੁਤ ਬਹੁਤ ਮੁਬਾਰਕਾਂ। ਅੱਜ ਬਹੁਤ ਹੀ ਇੱਕ ਮੁਕੱਦਸ ਦਿਵਸ ਹੈ। ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਜੋ ਕਬੀਰ ਜੀ ਦਾ ਯੋਗਦਾਨ ਹੈ, ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਇੱਕ ਕਵੀ ਦੇ ਤੌਰ ਤੇ ਵੇਖਦੇ ਹਾਂ, ਇੱਕ ਵੱਡੇ ਚਿੰਤਕ ਦੇ ਤੌਰ ਤੇ ਦੇਖਦੇ ਹਾਂ, ਤਾਂ 14ਵੀਂ ਸਦੀ ਦੇ ਮੈਨੂੰ ਲੱਗਦਾ ਹੈ ਕਿ ਹਿੰਦੁਸਤਾਨ ਦੇ ਸਭ ਤੋਂ ਵੱਡੇ ਜਿਹੜੇ ਕਵੀ ਜਾਂ ਚਿੰਤਕ ਆਪਾਂ ਮੰਨ ਸਕਦੇ ਹਾਂ, ਉਹ ਸੰਤ ਕਬੀਰ ਜੀ ਸੀਗੇ, ਜਿਨ੍ਹਾਂ ਨੇ ਉਸ ਵੇਲੇ ਜਾਤ ਪਾਤੀ ਪਰੰਪਰਾ ਦੇ ਖਿਲਾਫ ਜਾਂ ਜਿਹੜੀ ਹੈਗੀ ਮਨੁੱਖੀ ਬਰਾਬਰੀ ਦੇ ਹੱਕ ਦੇ ਵਿੱਚ ਬਹੁਤ ਵੱਡੀ ਆਵਾਜ਼ ਬੁਲੰਦ ਕੀਤੀ। ਔਰ ਉਹਨਾਂ ਦੇ ਸ਼ਲੋਕ, ਉਹਨਾਂ ਦੇ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਬਾਅਦ ਬਾਕੀ ਗੁਰੂ ਸਾਹਿਬਾਨਾਂ ਨੇ ਉਹਨਾਂ ਨੂੰ ਦਰਜ ਕੀਤਾ ਔਰ ਅਸੀਂ ਅੱਜ ਉਹਨਾਂ ਨੂੰ ਗੁਰੂ ਦਾ ਰੁਤਬਾ ਦਿੰਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ। ਸੋ ਇਸ ਕਰਕੇ ਬਹੁਤ ਮਹੱਤਵਪੂਰਨ ਹੈ ਪੰਜਾਬ ਦੇ ਲਈ। ਔਰ ਪੰਜਾਬ ਦੇ ਵਿੱਚ ਤੁਸੀਂ ਸੁਣਿਆ ਹੋਏਗਾ ਕਿ ਉਹਨਾਂ ਦੇ, ਜੇ ਮੈਂ ਸ਼ਲੋਕਾਂ ਦੀ ਗੱਲ ਕਰਾਂ, ਉਹਨਾਂ ਦੇ ਸ਼ਬਦਾਂ ਦੀ ਗੱਲ ਕਰਾਂ, ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਸੂਰਾ ਸੋ ਪਹਿਚਾਣੀ ਹੈ ਜੋ ਲਰਾ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਭੀ ਨਾ ਛਾਡਾ ਖੇਤ। ਸੋ ਇਸ ਤਰ੍ਹਾਂ ਦੇ ਰੈਵੋਲੂਸ਼ਨਰੀ ਇਨਕਲਾਬੀ ਕਵੀ ਭਗਤ ਕਬੀਰ ਜੀ, ਮੈਨੂੰ ਲੱਗਦਾ ਹੈ ਕਿ ਜੇ ਆਪਾਂ ਭਗਤੀ ਲਹਿਰ ਦੀ ਜਦੋਂ ਮੂਵਮੈਂਟ ਅਸੀਂ ਦੇਖਦੇ ਹਾਂ, ਜਿਹੜੀ ਕਿ 11ਵੀਂ ਸਦੀ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸ਼ੁਰੂ ਹੋਈ, ਉਸ ਲਹਿਰ ਦੇ ਵਿੱਚ ਜੇ ਸਭ ਤੋਂ ਵੱਡਾ ਯੋਗਦਾਨ ਪਾਇਆ ਤਾਂ ਉਹ ਭਗਤ ਕਬੀਰ ਜੀ ਸੀਗੇ, ਜਿਨ੍ਹਾਂ ਨੇ ਬਹੁਤ ਗਰੀਬੀ ਦੇ ਵਿੱਚ ਆਪਣਾ ਜੀਵਨ ਬਤੀਤ ਕੀਤਾ, ਪਰ ਆਪਣੇ ਵੇਲੇ ਦੇ ਅਮੀਰ ਲੋਕਾਂ ਦੇ ਨਾਲ, ਆਪਣੇ ਵੇਲੇ ਦੇ ਬ੍ਰਾਹਮਣਵਾਦ ਦੇ ਨਾਲ, ਆਪਣੇ ਵੇਲੇ ਦੇ ਜਿਹੜੇ ਰਜਵਾੜਾ ਸ਼ਾਹੀ ਦੇ ਨਾਲ ਉਹਨਾਂ ਨੇ ਬਹੁਤ ਵੱਡਾ ਜਿਹੜਾ ਹੈਗਾ ਦਸਤ ਪੰਜਾ ਲਿਆ। ਸੋ ਇਸੇ ਕਰਕੇ ਇਨਕਲਾਬੀ ਸ਼ਾਇਰ ਦੇ ਤੌਰ ਤੇ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਉਹਨਾਂ ਦਾ ਯੋਗਦਾਨ ਭਾਰਤ ਨੂੰ ਇੱਥੋਂ ਤੱਕ ਪਹੁੰਚਾਉਣ ਦੇ ਵਿੱਚ, ਜੇ ਆਪਾਂ ਅੱਜ ਆਜ਼ਾਦੀ ਦਾ ਨਿੱਘ ਮਾਰ ਰਹੇ ਹਾਂ, ਤਾਂ ਇਹਦੇ ਵਿੱਚ ਸਾਰਾ ਜਿਹੜਾ ਵੱਡਾ ਯੋਗਦਾਨ ਆਪਾਂ ਕਹਿ ਸਕਦੇ ਹਾਂ ਭਗਤ ਕਬੀਰ ਜੀ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅੱਜ ਬਰਾਬਰੀ ਦੀ ਗੱਲ ਕਰਦੇ ਹਾਂ, ਭਾਈਚਾਰੇ ਦੀ ਗੱਲ ਕਰਦੇ ਹਾਂ, ਔਰ ਇੱਥੋਂ ਤੱਕ ਕਿ ਜਿਹੜਾ ਪਰਮਾਤਮਾ ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਤਾਂ ਬਹੁਤ ਖੂਬਸੂਰਤ ਉਹਨਾਂ ਦੀ ਬਾਣੀ ਸਾਡੇ ਜ਼ਿਹਨ ਦੇ ਵਿੱਚ ਆਉਂਦੀ ਹੈ।
ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਪੰਜਾਬ ਨੇ ਉਹਨਾਂ ਭਗਤਾਂ ਨੂੰ, ਉਹਨਾਂ ਭੱਟਾਂ ਨੂੰ ਜਾਂ ਹੋਰ ਜਿਹੜੇ ਲੋਕ ਜਿਹੜੇ ਉਸ ਆਪਣੇ ਸਮੇਂ ਦੇ ਵੱਖ-ਵੱਖ ਸਟੇਟਾਂ ਦੇ ਵੱਖ-ਵੱਖ ਧਰਮਾਂ ਦੇ ਲੋਕ ਜਿਹੜੇ ਸੀਗੇ, ਉਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਕੱਤਰ ਕੀਤਾ ਗਿਆ। ਆਪਾਂ ਹਰ ਰੋਜ਼ ਉਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੇ ਹਾਂ। ਇਸੇ ਕਰਕੇ ਅਸੀਂ ਭਗਤ ਕਬੀਰ ਹੋਰਾਂ ਦੀ ਬਾਣੀ ਨੂੰ ਵੀ ਨਤਮਸਤਕ ਹੁੰਦੇ ਹਾਂ। ਸੋ ਪੰਜਾਬੀਆਂ ਦੀ ਖੂਬਸੂਰਤੀ, ਪੰਜਾਬੀਆਂ ਦੀ ਖਾਸੀਅਤ ਇਹੀ ਹੈ ਕਿ ਅਸੀਂ ਕਦੇ ਵੀ ਜਿਹੜੀ ਕੱਟੜਤਾ ਹੈ ਕਿਸੇ ਕਿਸਮ ਦੀ, ਅਸੀਂ ਉਹਦੇ ਵਿੱਚ ਵਿਸ਼ਵਾਸ ਨਹੀਂ ਕਰਦੇ। ਸਾਡੇ ਲਈ ਸਾਰੀ ਮਨੁੱਖਤਾ ਜਿਹੜਾ ਹੈਗਾ ਉਹ ਬਰਾਬਰ ਹੈ। ਇਸੇ ਲਈ ਅਸੀਂ ਹਰ ਰੋਜ਼ ਜਿਹੜਾ ਹੈਗਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਕਾ ਭਲਾ, ਅਸੀਂ ਸਰਬਤ ਕਾ ਭਲਾ ਚਾਹੁੰਦੇ ਹਾਂ। ਔਰ ਕਬੀਰ ਜੀ ਵੀ ਜਿਹੜੇ ਸੀਗੇ ਉਹ ਸਰਬਤ ਦਾ ਭਲਾ ਚਾਹੁੰਦੇ ਸੀਗੇ। ਸੋ ਇਸ ਕਰਕੇ ਉਹਨਾਂ ਦੀ ਅੱਜ ਉਸ ਬਾਣੀ ਨੂੰ, ਉਸ ਸੋਚ ਨੂੰ, ਉਸ ਇਨਕਲਾਬੀ ਜ਼ਿਹਨੀਅਤ ਨੂੰ ਅੱਜ ਬਹੁਤ ਜ਼ਿਆਦਾ ਅਸੀਂ ਨਤਮਸਤਕ ਹੁੰਦੇ ਹਾਂ ਔਰ ਆਪਣੇ ਦਰਸ਼ਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ। ਜੀ ਸੁਖਵਿੰਦਰ ਜੀ, ਬਿਲਕੁਲ। ਤਾਂ ਹੁਣ ਆਪਾਂ ਅਗਲੀ ਖਬਰ ਦੀ ਗੱਲਬਾਤ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਹੁਣ ਬੈਕਫੁੱਟ ਤੇ ਚਲੇ ਗਏ ਜਾਪਦੇ ਆ। ਕੈਪਟਨ ਅਮਰਿੰਦਰ ਸਿੰਘ ਪ੍ਰਤੀ ਹਾਈਕਮਾਨ ਜਿਹੜਾ ਗਰਮ ਰੁਖ ਅਪਣਾ ਰਿਹਾ ਹੈ, ਤੇ ਉੱਥੇ ਹੀ ਨਵਜੋਤ ਸਿੰਘ ਸਿੱਧੂ ਦੇ ਦੂਜੇ ਪਾਸੇ ਨਰਮ ਰੁਖ ਜਿਹੜਾ ਅਪਣਾਇਆ ਜਾ ਰਿਹਾ ਹਾਈਕਮਾਨ ਦੇ ਵੱਲੋਂ। ਇਹਦੀ ਇੱਕ ਉਦਾਹਰਨ ਇਹ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ, ਜਿਵੇਂ ਕੱਲ੍ਹ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ 3 ਦਿਨ ਉੱਥੇ ਰਹੇ। ਉਹਨਾਂ ਨੂੰ ਇੱਦਾਂ ਲੱਗਦਾ ਸੀਗਾ ਕਿ ਮੇਰੀ ਮੁਲਾਕਾਤ ਜਿਹੜੀ ਹੈ ਹਾਈਕਮਾਨ ਦੇ ਨਾਲ ਹੋ ਜੂਗੀ, ਰਾਹੁਲ ਗਾਂਧੀ ਦੇ ਨਾਲ, ਸੋਨੀਆ ਗਾਂਧੀ ਦੇ ਨਾਲ, ਪ੍ਰਿਯੰਕਾ ਗਾਂਧੀ ਦੇ ਨਾਲ ਹੋ ਜੂਗੀ, ਪਰ ਉਹਨਾਂ ਨੇ ਮਿਲਣ ਤੋਂ ਸਾਫ਼ ਇਨਕਾਰ ਕਰਤਾ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਅੱਗੇ ਕੋਈ ਸਫਾਈ ਨਾ ਦੇਣ, ਪੰਜਾਬ ਦੇ ਲੋਕਾਂ ਅੱਗੇ ਜਾ ਕੇ ਸਫਾਈ ਦੇਣ। ਤੇ ਉੱਥੇ ਹੀ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੂੰ ਮਨਾ ਕਰਤਾ ਮਿਲਣ ਤੋਂ। ਤੇ ਦੂਜੇ ਪਾਸੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਕੱਦ ਤੋਂ ਛੋਟੇ ਲੀਡਰ ਹੈ ਜਾਂ ਫਿਰ ਉਹਨਾਂ ਦੇ MLA, ਵਿਧਾਇਕ ਤੇ ਜਿਹੜੇ ਮੰਤਰੀ ਨੇ, ਉਹਨਾਂ ਨੂੰ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਉਹਨਾਂ ਦੇ ਨਾਲ ਪਿਛਲੇ 3 ਦਿਨਾਂ ਤੋਂ ਰਾਹੁਲ ਗਾਂਧੀ, ਪਰ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਤੌਰ ਤੇ, ਸਾਫ਼ ਤੌਰ ਤੇ ਜਵਾਬ ਦੇ ਦਿੱਤਾ ਗਿਆ। ਕਿਵੇਂ ਦੇਖਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਜਿਸ ਤਰੀਕੇ ਦੇ ਨਾਲ ਬੈਕਫੁੱਟ ਤੇ ਗਏ? ਸੁਖਵਿੰਦਰ ਜੀ, ਕੱਲ ਜਿਸ ਪਿਚ ਤੇ ਆਪਾਂ, ਜਿਸ ਗੱਲ ਦੇ ਉੱਤੇ ਆਪਣਾ ਪ੍ਰੋਗਰਾਮ ਛੱਡਿਆ ਸੀਗਾ, ਖਤਮ ਕੀਤਾ ਸੀਗਾ, ਉਹ ਇਹ ਸੀਗੀ, ਆਪਾਂ ਨੇ ਅਖੀਰ ਚ ਕਿਹਾ ਸੀਗਾ ਕਿ ਸੱਤਿਆਮੇਵ ਜਯਤੇ, ਯਾਨੀ ਕਿ ਅਖੀਰ ਨੂੰ ਸੱਚ ਦੀ ਜਿੱਤ ਹੁੰਦੀ ਹੈ। ਸੋ ਤੁਸੀਂ ਦੇਖੋਗੇ ਕਿ ਹਾਈ ਕਮਾਂਡ ਨੇ ਸੱਚ ਨੂੰ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਜਿਹੜੇ 18 ਨੁਕਤੇ, ਜਿਹੜੇ 18 ਸਵਾਲ ਜਿਹੜੇ ਨੇ ਉਹਨਾਂ ਨੂੰ ਦਿੱਤੇ ਗਏ ਨੇ, ਤੁਹਾਨੂੰ ਆਪਾਂ ਨੂੰ ਪਤਾ ਹੈ ਕਿ ਅੱਜ ਸੁਰਖੀਆਂ ਬਣੇ ਨੇ ਉਹ 18 ਦੇ 18 ਸਵਾਲ ਨਵਜੋਤ ਸਿੰਘ ਸਿੱਧੂ ਬੜੇ ਲੰਮੇ ਸਮੇਂ ਤੋਂ ਕੈਪਟਨ ਸਾਹਿਬ ਦੇ ਵਿਰੋਧ ਦੇ ਵਿੱਚ ਉਠਾਉਂਦੇ ਆ ਰਹੇ ਨੇ। ਔਰ ਲਗਾ ਉਹੀ ਸਵਾਲ ਨੇ ਇਹ 18 ਦੇ 18 ਸਵਾਲ, ਜਿਹਦੇ ਵਿੱਚ ਕਿਸਾਨਾਂ ਦੀ ਕਰਜ਼ਾ ਮਾਫੀ, ਜਿਹਦੇ ਵਿੱਚ ਦਲਿਤਾਂ ਨੂੰ ਜਿਹੜਾ ਹੈਗਾ ਹੱਕ ਮਿਲਣ, ਜਿਹਦੇ ਵਿੱਚ ਘਰ ਘਰ ਨੌਕਰੀ ਦੀ ਗੱਲ ਹੋਵੇ, ਔਰ ਇੱਥੋਂ ਤੱਕ ਕਿ ਜਿਹੜੀਆਂ 2 ਨੌਕਰੀਆਂ ਦਿੱਤੀਆਂ ਗਈਆਂ ਸੀਗੀਆਂ ਜਿਹਦੇ ਖਿਲਾਫ ਇੱਕ ਪੂਰੇ ਦੇ ਪੂਰੇ ਪੰਜਾਬ ਉੱਠ ਖੜਿਆ ਸੀਗਾ, ਉਹਦੇ ਬਾਰੇ ਵੀ ਆਪਾਂ ਗੱਲ ਕੀਤੀ ਸੀਗੀ। ਸੋ ਇਹ ਸਾਰੀਆਂ ਗੱਲਾਂ ਆਪਾਂ ਨੇ ਪਹਿਲਾਂ ਕੀਤੀਆਂ ਹੋਈਆਂ ਨੇ। ਸੋ ਇਸ ਕਰਕੇ ਹਾਈ ਕਮਾਂਡ ਨੇ ਇਸ ਗੱਲ ਨੂੰ ਬਹੁਤ ਸੀਰੀਅਸਲੀ ਲਿਆ ਕਿ ਕੈਪਟਨ ਸਾਹਿਬ ਨੇ ਕੀਤਾ ਕੀ ਹੈ। ਇੱਕ ਪਾਸੇ ਉਹ ਕਹਿ ਰਹੇ ਨੇ ਕਿ ਅਸੀਂ 85% ਵਾਅਦੇ ਪੂਰੇ ਕਰਤੇ, ਦੂਜੇ ਪਾਸੇ ਜੇ 18 ਦੇ 18 ਜਿਹੜੇ ਉਸੇ ਕਿਸਮ ਦੇ ਜਿਹੜੇ ਵੱਡੇ ਵਾਅਦੇ ਸੀਗੇ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ, ਜਾਂ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿਸੇ ਵੇਲੇ, ਉਹਨਾਂ ਦੇ ਵਿੱਚ ਬਹੁਤ ਵਾਅਦੇ ਉਹੀ ਹੈ ਜਿਹੜੇ ਉਹੀ ਨੇ ਲਗਾਤਾਰ ਆਪਣੀਆਂ ਗੱਲਾਂ ਦੇ ਵਿੱਚ। ਬਿਲਕੁਲ, ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਨਵਜੋਤ ਸਿੰਘ ਸਿੱਧੂ ਤਾਂ ਇਹ ਪਿਛਲੇ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਨੇ। ਸੋ ਕੈਪਟਨ ਸਾਹਿਬ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਇੱਕ ਤਾਂ ਜਿਹੜਾ ਉਹਨਾਂ ਦਾ ਜਿਹੜਾ ਕਾਰਨ ਵੱਡਾ ਕੀ ਹੈ ਕਿ ਹਾਈ ਕਮਾਂਡ ਉਹਨਾਂ ਨੂੰ ਕਿਉਂ ਨਹੀਂ ਮਿਲਣਾ ਚਾਹੁੰਦੀ। ਉਹ ਇਸ ਲਈ ਨਹੀਂ ਮਿਲਣਾ ਚਾਹੁੰਦੀ ਕਿ ਉਹਨਾਂ ਨੇ 4.5 ਸਾਲ ਦੇ ਵਿੱਚ ਜਿਹੜੀ ਉਹਨਾਂ ਦੀ ਇੱਕ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਪਾਈ ਸੀ, ਜਾਂ ਇੱਥੋਂ ਤੱਕ ਕਿ ਹਾਈ ਕਮਾਂਡ ਨੇ ਉਹਨਾਂ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਸੀਗੀ। ਹਾਈ ਕਮਾਂਡ ਨੇ ਵੱਡੀ ਜ਼ਿੰਮੇਵਾਰੀ, ਰਾਹੁਲ ਜੀ ਨੇ, ਤੁਹਾਨੂੰ ਯਾਦ ਹੋਏਗਾ ਕਿ 4.5 ਸਾਲ ਪਹਿਲਾਂ ਕਿਹਾ ਸੀਗਾ ਕਿ ਸਾਡੇ ਕੈਪਟਨ, ਤੁਹਾਡੇ ਜਿਹੜੇ ਪੰਜਾਬ ਦੇ ਕੈਪਟਨ ਜਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਾਹਿਬ ਹੋਣਗੇ। ਸੋ ਇਸ ਕਰਕੇ ਉਹਨਾਂ ਨੇ ਉਸ ਜ਼ਿੰਮੇਵਾਰੀ ਨੂੰ ਨਹੀਂ ਨਿਭਾਇਆ। ਉਹ ਪੰਜਾਬ ਦੇ ਲੋਕਾਂ ਦੇ ਵਿੱਚ ਨਹੀਂ ਵਿਚਰੇ, ਔਰ ਇੱਥੋਂ ਤੱਕ ਕਿ ਇਕੱਲੇ ਵਿਚਰੇ ਨਹੀਂ ਹੈਗੇ। ਤੁਸੀਂ OST ਦੀ ਗੱਲ ਕੀਤੀ ਸੀਗੀ, ਮੈਨੂੰ ਲੱਗਦਾ ਕਿ ਚਾਹੇ ਪ੍ਰਗਟ ਸਿੰਘ ਨੂੰ ਰਾਤ ਨੂੰ 11 ਵਜੇ, ਤੁਹਾਨੂੰ ਯਾਦ ਹੋਏਗਾ ਕਿ ਪ੍ਰਗਟ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਕਿ ਕੈਪਟਨ ਸਾਹਿਬ ਦੇ OST ਨੇ ਫੋਨ ਕਰਕੇ ਮੈਨੂੰ ਧਮਕਾਇਆ। ਉਸ ਤੋਂ ਬਾਅਦ ਆਪਾਂ ਨੂੰ ਵੀ ਯਾਦ ਹੈ, ਤੁਹਾਨੂੰ ਵੀ ਯਾਦ ਹੈ ਕਿ ਜਦੋਂ ਜਿਹੜੇ ਬੈਨਰ ਲਾਉਣ ਦੀ ਜਿਹੜੀ ਜੰਗ ਸ਼ੁਰੂ ਹੋਈ, ਉਹਨਾਂ ਦੇ ਦੂਜੇ ਜਿਹੜੇ OST ਨੇ ਸਾਰੇ ਪੂਰੇ ਪੰਜਾਬ ਦੇ ਵਿੱਚ ਜਾਂ ਅੰਮ੍ਰਿਤਸਰ ਦੇ ਵਿੱਚ ਜਿਹੜੇ ਸੀਗੇ ਬੈਨਰ ਲਗਵਾਏ ਗਏ, ਔਰ ਉੱਥੇ ਲਿਖਵਾਇਆ ਗਿਆ ਕਿ ਸਭ ਦਾ ਸਾਂਝਾ ਨਾਰਾ ਕੈਪਟਨ ਦੁਬਾਰਾ। ਯਾਨੀ ਕਿ ਮੇਰਾ ਕਹਿਣ ਦਾ ਮਤਲਬ ਹੈ ਕਿ ਲਗਾਤਾਰ ਅਨੁਸ਼ਾਸਨ ਨਵਜੋਤ ਸਿੰਘ ਸਿੱਧੂ ਨੇ ਨਹੀਂ ਤੋੜਿਆ, ਇਹਨਾਂ ਨੇ ਕੈਪਟਨ ਸਾਹਿਬ ਦੇ ਲਗਾਤਾਰ ਉਸ ਅਨੁਸ਼ਾਸਨ ਨੂੰ ਭੰਗ ਕੀਤਾ।
ਔਰ ਜਾਂ ਭੰਗ ਕਰਵਾਇਆ। ਔਰ ਇਹ ਜਿਹੜੀ ਲੇਟੈਸਟ ਘਟਨਾ ਵਾਪਰੀ ਹੈ ਇਹ ਵੀ ਉਹਨਾਂ ਦੇ OSD ਦੇ ਰਾਹੀਂ ਕੀਤੀ ਗਈ ਹੈ। ਸੋ ਮੇਰਾ ਮਤਲਬ ਕਹਿਣ ਦਾ ਹੈ ਕਿ ਇੱਕ ਤਾਂ ਅਨੁਸ਼ਾਸਨਬੱਧ ਜਿਹੜੀ ਲੋੜ ਸੀਗੀ ਪੰਜਾਬ ਨੂੰ, ਜਿਸ ਕਿਸਮ ਦੀ ਪਾਰੀ ਖੇਡਣ ਦੀ ਲੋੜ ਸੀਗੀ, ਜਿਸ ਕਿਸਮ ਦੇ ਵਾਅਦੇ ਪੂਰੇ ਕਰਨ ਦੀ ਲੋੜ ਸੀਗੀ, ਜਿਸ ਕਿਸਮ ਦੇ ਵੱਡੇ ਸੰਕਟ 'ਚ ਪੰਜਾਬ ਗੁਜ਼ਰ ਰਿਹਾ ਸੀਗਾ 4.5 ਸਾਲ ਪਹਿਲਾਂ, ਉਸ ਸੰਕਟ 'ਚੋਂ ਕੱਢਣ ਦੀ ਕੈਪਟਨ ਸਾਹਿਬ ਨੇ ਕੋਈ ਕੋਸ਼ਿਸ਼ ਨਹੀਂ ਕੀਤੀ। ਜਾਂ ਤਾਂ ਹੁੰਦਾ ਨਾ ਕਿ ਇੱਕ ਬੰਦਾ ਹੁੰਦਾ ਕਿ ਕੋਸ਼ਿਸ਼ ਕਰਦਾ ਨਜ਼ਰ ਆਉਂਦਾ, ਇਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਔਰ 4.5 ਸਾਲ ਤੋਂ ਆਪਣੇ ਜਿਹੜੇ ਹੈਗੇ ਫਾਰਮ ਹਾਊਸ ਤੋਂ ਹਾਈ ਕਮਾਂਡ ਖਾਸੀ ਜਿਹੜੀ ਨਾਰਾਜ਼ ਹੈ। ਬਿਲਕੁਲ ਇਸੇ ਇਹਨਾਂ ਗੱਲਾਂ ਤੋਂ ਹਾਈ ਕਮਾਂਡ ਨਾਰਾਜ਼ ਹੈ ਔਰ ਕੈਪਟਨ ਸਾਹਿਬ ਨੂੰ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਜਲਦੀ ਤੋਂ ਜਲਦੀ ਇੱਕ ਸਮਾਂਬੱਧ ਉਹਨਾਂ ਨੇ ਕਿਹਾ ਕਿ ਇੰਨੇ ਸਮੇਂ ਦੇ ਵਿੱਚ ਇਹ ਜਿਹੜੇ ਵਾਅਦੇ ਪੂਰੇ ਹੋਣੇ ਚਾਹੀਦੇ ਨੇ। ਜੇ ਇਹ ਵਾਅਦੇ ਪੂਰੇ ਨਹੀਂ ਹੋਣਗੇ ਤਾਂ ਮੈਨੂੰ ਲੱਗਦਾ ਹੈ ਕਿ ਪਾਈ ਦੇ ਵਿੱਚ ਚਿਹਰਾ ਜਿਹੜਾ ਹੈਗਾ ਉਹ ਬਦਲਿਆ ਜਾਏਗਾ ਔਰ ਉਹਨਾਂ ਦੀ ਜਗ੍ਹਾ ਨਵਾਂ ਚਿਹਰਾ ਜਿਹੜਾ ਹੈਗਾ ਲਿਆਂਦਾ ਜਾਏਗਾ। ਇਹ ਸਾਰਾ ਜਿਹੜਾ ਘਟਨਾਕ੍ਰਮ ਹੋਇਆ, ਕੈਪਟਨ ਅਮਰਿੰਦਰ ਸਿੰਘ ਨੂੰ ਇਗਨੋਰ ਕੀਤਾ ਗਿਆ, ਕੈਪਟਨ ਅਮਰਿੰਦਰ ਸਿੰਘ ਨੂੰ ਝਾੜ ਪਾਈ ਗਈ ਕਿ ਜਿਹੜੇ ਤੁਸੀਂ ਵਾਅਦੇ ਪੂਰੇ ਨਹੀਂ ਕੀਤੇ, ਕਿਉਂ ਨਹੀਂ ਵਾਅਦੇ ਪੂਰੇ ਕੀਤੇ। ਜਾ ਕੇ ਜਿਹੜੇ 18 ਵਾਅਦੇ ਗਏ ਉਹਨਾਂ ਨੇ ਪਲੰਦਾ ਪੂਰਾ ਫੜਾਇਆ ਕਿ ਆਹ 18 ਵਾਅਦੇ ਆ, ਜਾ ਕੇ ਲੋਕਾਂ ਨਾਲ ਸਾਂਝੇ ਕਰੋ ਤੇ ਲੋਕਾਂ ਨੂੰ ਜਾ ਕੇ ਦੱਸੋ ਉੱਥੇ ਕਿ ਭਾਈ ਆਹ ਵਾਅਦੇ ਜਿਹੜੇ ਆ, ਮੈਂ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਦੱਸ ਰਿਹਾ ਵੀ ਇੰਨੇ ਵਾਅਦੇ ਪੂਰੇ ਹੋ ਗਏ ਤੇ ਇੰਨੇ ਵਾਅਦੇ ਰਹਿ ਗਏ ਨੇ, ਤੇ ਜਿਹਦੇ ਕਰਕੇ ਹੁਣ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨ ਲਈ ਕਿਹਾ ਗਿਆ ਸੀ। ਤੇ ਉਸ ਤੋਂ ਬਾਅਦ ਕੈਪਟਨ ਖੇਮੇ ਦੇ ਵੱਲੋਂ ਹਾਈ ਕਮਾਂਡ ਨੂੰ ਸਿੱਧੇ ਤੌਰ ਤੇ ਚੁਣੌਤੀ ਦਿੱਤੀ ਗਈ ਹੈ। ਜਿਵੇਂ ਉਹਨਾਂ ਦੇ OSD ਨੂੰ ਆਪਾਂ ਗੱਲ ਕੀਤੀ ਕਿ ਉਹਨਾਂ ਦੇ OSD ਦੇ ਵੱਲੋਂ ਪੋਸਟ ਪਾ ਕੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਪੰਜਾਬ 'ਚ ਕਾਂਗਰਸ ਨੂੰ ਕਿਸ ਨੇ ਮੁੜ ਸੁਰਜੀਤ ਕੀਤਾ ਸੀ। ਯਾਨੀ ਕਿ ਹਾਈ ਕਮਾਂਡ ਨੂੰ ਪੁੱਛਿਆ ਗਿਆ ਕਿ ਜਦੋਂ 10 ਸਾਲ ਦਾ ਵਕਫਾ ਜਦੋਂ ਪੰਜਾਬ ਦੇ ਵਿੱਚੋਂ ਕਾਂਗਰਸ ਬਿਲਕੁਲ ਖਤਮ ਹੋ ਗਈ ਸੀ, ਤੁਸੀਂ ਕੈਪਟਨ ਨੂੰ ਪਿੱਛੇ ਕਰਤਾ ਸੀ ਤੇ 10 ਸਾਲ ਸੱਤਾ ਦੇ ਵਿੱਚ ਕਾਂਗਰਸ ਆਈ ਨਹੀਂ, ਤਾਂ ਤੁਸੀਂ ਕੈਪਟਨ ਅੱਗੇ ਕੀਤਾ ਤਾਂ ਦੁਬਾਰਾ ਸੁਰਜੀਤ ਕਾਂਗਰਸ ਜਿਹੜੀ ਆ ਪੰਜਾਬ ਦੇ ਵਿੱਚ ਹੋਈ। ਤੇ ਨਾਲ ਹੀ ਨਾਲ ਉਹਨਾਂ ਨੇ ਸਿੱਧੇ ਤੌਰ ਤੇ ਇਹ ਵੀ ਗੱਲ ਕਹੀ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚ ਕਾਂਗਰਸ ਨੇ, ਕੈਪਟਨ ਅਮਰਿੰਦਰ ਸਿੰਘ ਦਾ ਮਤਲਬ ਹੀ ਕਾਂਗਰਸ ਹੈ। ਤੇ ਕਿਵੇਂ ਦੇਖਦੇ ਹੋ ਕਿ ਇਹ ਜਿਹੜੀ ਸਾਰੀ ਗੱਲਬਾਤ ਹੋਈ ਹੈ ਕਿ ਉਹਨਾਂ ਨੇ ਚਮਚਾਗਿਰੀ ਮਾਰਨ ਦੇ ਲਈ ਕੀਤੀ ਹੈ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਆਖੇ ਤੇ ਇਹ ਗੱਲ ਕੀਤੀ? ਬਿਲਕੁਲ ਦੇਖੋ, ਬਿਲਕੁਲ ਆਖਣ ਤੇ ਹੀ ਦੇਖੋ, ਸਹਿਮਤੀ ਤੋਂ ਬਿਨਾਂ ਤਾਂ ਕੋਈ ਵੀ ਚੀਜ਼ ਜਿਹੜਾ ਹੈਗਾ, ਖਾਸ ਤੌਰ ਤੇ OSD ਜਿਹੜਾ ਹੁੰਦਾ ਹੈ ਕੈਪਟਨ ਸਾਹਿਬ ਦੀ ਜਾਂ ਮੁੱਖ ਮੰਤਰੀ ਦਾ, ਆਪਣਾ ਕੋਈ ਉਹਨਾਂ ਦਾ ਅੰਕਿਤ ਬਾਂਸਲ ਦਾ ਕੋਈ ਬਹੁਤਾ ਵੱਡਾ ਕੱਦ ਨਹੀਂ ਹੈ। ਬੇਸ਼ੱਕ OSD ਲੱਗੇ ਹੋਣ ਪਰ ਉਹਨਾਂ ਦਾ ਕੋਈ ਏਡਾ ਕੋਈ ਬਹੁਤਾ ਵੱਡਾ ਕੱਦ ਨਹੀਂ ਹੈ। ਠੀਕ ਹੈ, ਉਹਨਾਂ ਨੂੰ ਸਿਰਫ ਇੱਕ ਖਾਨਾ ਪੂਰਤੀ ਦੇ ਲਈ ਬਣਾਇਆ ਹੋਇਆ। ਬਿਲਕੁਲ ਦੇਖੋ, ਕੋਈ ਨਾ ਕੋਈ ਤਾਂ ਇਸ਼ਾਰਾ ਉਹਨਾਂ ਨੂੰ ਜ਼ਰੂਰ ਮਿਲਿਆ ਹੋਏਗਾ ਕਿ ਤੁਸੀਂ ਇਹ ਕੰਮ ਕਰਦੇ ਹੋ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਇਹ ਆਪਣੇ ਵਿੱਚੋਂ ਇਦਾਂ ਦੀਆਂ ਗੱਲਾਂ ਕਰ ਰਹੇ ਨੇ ਤਾਂ ਮੈਂ ਇੱਥੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਕਿ ਪਾਰਟੀ ਤੋਂ ਉੱਪਰ ਕੋਈ ਵੀ ਵੱਡਾ ਨੇਤਾ ਜਿਹੜਾ ਹੈਗਾ ਨਹੀਂ ਹੁੰਦਾ। ਪਾਰਟੀ ਮਹੱਤਵਪੂਰਨ ਹੁੰਦੀ ਹੈ, ਨਾ ਕਿ ਨੇਤਾ। ਤੁਸੀਂ ਇਹ ਕਹਿ ਰਹੇ ਨੇ ਕਿ ਅਸੀਂ ਖਾਸ ਤੌਰ ਤੇ ਕੈਪਟਨ ਸਾਹਿਬ ਨੇ ਜਿਹੜਾ ਹੈਗਾ ਪੁਨਰ ਸੁਰਜੀਤ ਕੀਤਾ ਕਾਂਗਰਸ ਨੂੰ। ਇੱਥੇ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਣ ਦੀ ਲੋੜ ਹੈ ਕਿ ਜਿਹੜੇ ਅਕਾਲੀ ਦਲ BJP ਦੀ 10 ਸਾਲ ਸੱਤਾ ਰਹੀ ਹੈ ਔਰ 2007 ਤੋਂ ਬਾਅਦ ਦੁਬਾਰਾ ਸੰਭਾਵਨਾ ਸੀਗੀਆਂ ਕਾਂਗਰਸ ਦੀਆਂ ਕਿ ਦੁਬਾਰਾ ਕੈਪਟਨ ਸਾਹਿਬ ਮੁੱਖ ਮੰਤਰੀ ਉਸ ਵੇਲੇ ਬਣ ਸਕਦੇ ਨੇ, ਔਰ 2 ਵਾਰੀ ਇਹਨਾਂ ਨੇ ਖੁੰਝਾਏ ਨੇ। ਦੋਨੋਂ ਵਾਰੀ ਹਾਰਨ ਦਾ ਮੁੱਖ ਕਾਰਨ ਕੈਪਟਨ ਸਾਹਿਬ ਬਣੇ ਨੇ। ਤੁਸੀਂ ਉਹਨਾਂ ਦੀ ਹਿਸਟਰੀ ਕੱਢ ਕੇ, ਇਤਿਹਾਸ ਕੱਢ ਕੇ ਦੇਖ ਲਓ, ਉਹ 10 ਸਾਲਾਂ ਦਾ ਜਦੋਂ ਚੋਣਾਂ ਹੋਈਆਂ ਨੇ ਤਾਂ ਉਹਨਾਂ ਚੋਣਾਂ ਦੇ ਵਿੱਚ ਕਾਂਗਰਸ ਦੀ ਹਾਰ ਦਾ ਵੱਡਾ ਕਾਰਨ ਕੈਪਟਨ ਅਮਰਿੰਦਰ ਸਿੰਘ ਦੀ ਰਜਵਾੜਾਸ਼ਾਹੀ ਸੋਚ ਔਰ ਲੋਕਾਂ ਨੂੰ ਨਾ ਮਿਲਣਾ, ਆਪਣੇ ਵਜ਼ੀਰਾਂ ਨੂੰ ਨਾ ਮਿਲਣਾ, MLA ਸਾਹਿਬਾਨ ਨੂੰ ਨਾ ਮਿਲਣਾ। ਇਸ ਕਰਕੇ ਹਰ ਵਾਰੀ 2 ਵਾਰੀ ਖਾਸ ਤੌਰ ਤੇ ਉਹ ਜਿੱਤਦੇ ਹਾਰੇ ਨੇ ਔਰ ਲੋਕਾਂ ਨੂੰ ਉਮੀਦ ਸੀ ਕਿ ਜਿਹੜੇ ਕੈਪਟਨ ਸਾਹਿਬ ਜਿੱਤ ਸਕਦੇ ਨੇ, ਪਰ ਆਪਣੀਆਂ ਕਮਜ਼ੋਰੀਆਂ ਕਰਕੇ ਕੈਪਟਨ ਸਾਹਿਬ ਦੀ ਸਾਰੀਆਂ ਆਪਾਂ ਨੂੰ ਪਤਾ ਹੈ ਕਿ ਜਿਸ ਕਿਸਮ ਦਾ ਕਾਰਜਸ਼ੈਲੀ ਹੈ ਉਹਨਾਂ ਦੀ, ਉਹਨਾਂ ਕਮਜ਼ੋਰੀਆਂ ਕਰਕੇ 2 ਵਾਰੀ ਇਹਨਾਂ ਨੂੰ ਹਾਰਨਾ ਪਿਆ ਕਾਂਗਰਸ ਨੂੰ। ਔਰ ਉਸ ਹਾਰ ਦਾ ਜ਼ਿੰਮਾ ਕੌਣ ਲਏਗਾ? ਅੱਜ ਇਹ ਬੁਨਿਆਦੀ ਸਵਾਲ OSD ਸਾਹਿਬਾਨ ਨੂੰ ਜਾਂ ਜਿਹੜੇ ਕੈਪਟਨ ਸਾਹਿਬ ਨੂੰ ਏਦਾਂ ਪੇਸ਼ ਕਰ ਰਹੇ ਨੇ ਕਿ ਕੈਪਟਨ ਸਾਹਿਬ ਹੀ ਕਾਂਗਰਸ ਨੇ, ਤਾਂ ਇੱਥੇ ਇੱਕ ਬੁਨਿਆਦੀ ਸਵਾਲ ਇਹੀ ਪੁੱਛਣਾ ਬਣਦਾ ਕਿ ਜਿਹੜਾ 10 ਸਾਲ ਬੈਕਫੁੱਟ ਤੇ ਚਲੀ ਗਈ ਸੀ ਕਾਂਗਰਸ, ਉਹਦੇ ਵਿੱਚ ਕਿਹਦਾ ਰੋਲ ਸੀਗਾ ਸਭ ਤੋਂ ਵੱਡਾ? ਸੋ ਇਸ ਕਰਕੇ ਉਹਨਾਂ ਚੀਜ਼ਾਂ ਨੂੰ ਵੀ ਭੁੱਲਣਾ ਨਹੀਂ ਚਾਹੀਦਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਕੋਈ ਵੀ ਵੱਡਾ ਤੋਂ ਵੱਡਾ ਨੇਤਾ, ਚਾਹੇ ਇੱਥੋਂ ਤੱਕ ਕਿ ਸੋਨੀਆ ਜੀ, ਮੈਂ ਕਹਿ ਸਕਦਾ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਤਾਂ ਸਫਾਈ ਦੇਣ ਲੱਗ ਗਏ ਅੰਕਿਤ ਬਾਂਸਲ। ਆਪਣੇ ਬਾਰੇ ਵੀ ਸਫਾਈ ਉਹਨਾਂ ਨੂੰ ਦੇ ਦੇਣੀ ਚਾਹੀਦੀ ਸੀ ਟਵੀਟ ਕਰਕੇ ਕਿ ਮੇਰੀਆਂ ਗੁਰਦੀਪ ਰਾਣੋ ਜਿਹੜਾ ਮਸ਼ਹੂਰ ਡਰੱਗ ਤਸਕਰ ਸੀ, ਇੰਨਾ ਵੱਡਾ ਜਿਹੜਾ ਡਰੱਗ ਤਸਕਰ ਸੀ, ਉਹ ਫੜਿਆ ਗਿਆ, ਉਹਦੇ ਨਾਲ ਫੋਟੋਆਂ ਵਾਇਰਲ ਹੋਈਆਂ, ਬੜੀ ਕਰੀਬੀ ਜਿਹੜੇ ਉਹਦੇ ਨਾਲ ਰਿਸ਼ਤੇ ਵੀ ਇਹਨਾਂ ਦੇ ਦੱਸੇ ਜਾਂਦੇ ਸੀ ਕਿ ਬੜੀ ਕਰੀਬੀ ਯਾਰੀ ਮਿੱਤਰਤਾ ਉਹਨਾਂ ਦੇ ਨਾਲ, ਕਿ ਆਖਰ ਐਡੇ ਵੱਡੇ ਡਰੱਗ ਤਸਕਰ ਦੇ ਨਾਲ ਮੇਰੀ ਯਾਰੀ ਮਿੱਤਰਤਾ ਕਿਉਂ ਸੀ, ਮੇਰੇ ਕੀ ਸਾਂਝ ਸੀ ਉਹਦੇ ਨਾਲ? ਇਸ ਬਾਰੇ ਵੀ ਅੰਕਿਤ ਬਾਂਸਲ ਨੂੰ ਦੱਸ ਦੇਣਾ ਚਾਹੀਦਾ ਸੀ ਟਵੀਟ ਕਰਕੇ।
ਦੇਖੋ ਸੁਖਵਿੰਦਰ ਜੀ, ਅੰਕਿਤ ਬਾਂਸਲ ਦੀ ਬਜਾਏ ਮੈਂ ਇਹ ਕਹਿਣਾ ਚਾਹੁੰਦਾ ਕਿ ਕੈਪਟਨ ਸਾਹਿਬ ਨੂੰ ਇਦਾਂ ਦੇ ਬੰਦਿਆਂ ਤੋਂ ਗੁਰੇਜ਼ ਕਰਨਾ ਚਾਹੀਦਾ। ਜਦੋਂ ਉਹ ਇਦਾਂ ਦੇ ਬੰਦਿਆਂ ਨੂੰ ਓਐਸਡੀ ਲਾਉਂਦੇ ਨੇ ਤਾਂ ਲਾਜ਼ਮੀ ਤੌਰ ਤੇ ਦਾਲ ਦੇ ਵਿੱਚ ਕਾਲਾ, ਜਿਵੇਂ ਤੁਸੀਂ ਸਾਰਾ ਸਮਝਾ ਰਹੇ ਹੋ, ਇਹਦਾ ਮਤਲਬ ਜੇ ਤੁਸੀਂ ਇਦਾਂ ਦੇ ਲੋਕਾਂ ਨੂੰ, ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਟਕਾ ਸਾਹਿਬ ਹੱਥ 'ਚ ਫੜ ਕੇ ਜਾਂ ਗੁਟਕੇ ਸਾਹਿਬ ਨੂੰ ਹੱਥ 'ਚ ਫੜ ਕੇ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਨਸ਼ਿਆਂ ਦਾ ਲੱਕ ਤੋੜਾਂਗਾ, ਔਰ ਤੁਹਾਡੇ ਸਾਹਮਣੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਇਦਾਂ ਦੇ ਓਐਸਟੀ ਤੁਸੀਂ ਲਾ ਰਹੇ ਹੋ। ਸੋ ਇਹ ਦੋਨੋਂ ਚੀਜ਼ਾਂ ਕੰਟਰਾਡਿਕਟਰੀ ਨੇ, ਦੋਨੋਂ ਚੀਜ਼ਾਂ ਦਾ ਵਿਰੋਧਾਭਾਸ ਹੈ। ਇੱਕ ਪਾਸੇ ਤੁਸੀਂ ਲੋਕਾਂ ਨੂੰ ਇਹ ਕਹਿ ਰਹੇ ਹੋ ਕਿ ਅਸੀਂ ਤਾਂ ਸਾਰਾ ਕੁਝ ਜਿਹੜਾ ਹੈਗਾ ਕਰ ਦਿੱਤਾ, ਦੂਜੇ ਪਾਸੇ ਕਹਿੰਦੇ ਹੋ ਕਿ ਇਦਾਂ ਦੇ ਓਐਸਟੀ ਸਾਹਿਬਾਨ ਤੋਂ ਤੁਸੀਂ ਜਿਹੜੇ ਨੇ ਕੰਮ ਕਰਵਾ ਰਹੇ ਹੋ। ਸੋ ਧਮਕੀਆਂ ਤੱਕ ਪ੍ਰਗਟ ਸਿੰਘ ਬਾਰੇ, ਜਿਹੜੇ ਚੰਗੇ ਇਨਸਾਨ ਨੇ, ਉਹਨਾਂ ਨੂੰ ਧਮਕੀਆਂ ਤੱਕ ਓਐਸਡੀ ਸਾਹਿਬਾਨ ਤੋਂ ਦਵਾਈਆਂ ਗਈਆਂ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਕੈਪਟਨ ਸਾਹਿਬ ਨੂੰ ਇਸ ਕਿਸਮ ਦੇ ਲੋਕਾਂ ਤੋਂ ਜਿਹੜਾ ਹੈਗਾ ਬਚਣਾ ਚਾਹੀਦਾ ਹੈ, ਕਿਉਂਕਿ ਸ਼ਿਕਾਇਤ ਵੀ ਜਿਹੜੀ ਚਲੀ ਗਈ ਆ ਉੱਥੇ, ਬਿਲਕੁਲ ਜ਼ਰੂਰ ਜਵਾਨੀ ਉਹਨਾਂ ਨੂੰ ਸ਼ਿਕਾਇਤ ਦਿੱਤੀ ਗਈ। ਬਿਲਕੁਲ, ਦੇਖੋ ਇਦਾਂ ਦੀ ਖਾਸ ਤੌਰ ਤੇ ਮੈਨੂੰ ਲੱਗਦਾ ਕਿ ਇਹ ਇਕੱਲੀ ਘਟਨਾ ਦੀ ਸ਼ਿਕਾਇਤ ਨਹੀਂ ਹੋਣੀ ਚਾਹੀਦੀ। ਜਿਹੜੇ ਅਨੁਸ਼ਾਸਨ ਉਹਨਾਂ ਨੇ ਪਹਿਲਾਂ ਵੀ ਤੋੜੇ ਨੇ, ਉਹਨਾਂ ਦੀ ਵੀ ਹੋਣੀ ਚਾਹੀਦੀ ਹੈ। ਜਿਹੜੀ ਸ਼ੁਰੂ ਦੇ ਵਿੱਚ ਉਹਨਾਂ ਨੇ ਬੈਨਰਾਂ ਦੀ ਜਿਹੜੀ ਵਾਰ ਸ਼ੁਰੂ ਕੀਤੀ, ਬੈਨਰ ਲਗਵਾਏ ਗਏ, ਔਰ ਬਿਨਾਂ ਇਸ ਗੱਲ ਤੋਂ ਅੱਜ ਵੀ ਬੈਨਰ ਲੱਗੇ ਹੋਏ ਨੇ ਕਿ ਅੰਕਿਤ ਬਾਂਸਲ ਕਹਿੰਦੇ ਕਿ ਮੈਂ ਆਪਣੇ ਕਪਤਾਨ ਦੇ ਨਾਲ ਖੜਾ। ਕਪਤਾਨ ਦੇ ਨਾਲ ਵਾਕਈ ਉਹਨਾਂ ਨੂੰ ਖੜਨਾ ਚਾਹੀਦਾ, ਕਿਉਂਕਿ ਜਦੋਂ ਉਹਨਾਂ ਦਾ ਡਰੱਗ ਤਸਕਰ ਗੱਦੀ ਪ੍ਰਾਣੋ ਦੇ ਨਾਲ ਨਾ ਜੁੜਿਆ ਤਾਂ ਫਿਰ ਕਪਤਾਨ ਵੀ ਉਹਦੇ ਨਾਲ ਖੜੇ ਸੀ। ਕੋਈ ਆਂਚ ਨਹੀਂ ਉਹਦੇ ਤੇ ਆਉਣ ਦਿੱਤੀ ਕਿ ਭਾਈ ਇਹਦੇ ਕਿਉਂ ਇਹੋ ਜਿਹੇ ਬੰਦਿਆਂ ਦੇ ਨਾਲ ਨਾ ਜੁੜ ਰਹੇ ਆ, ਡਰੱਗ ਤਸਕਰਾਂ ਦੇ ਨਾਲ ਕੀ ਸਾਂਝ ਆ ਤੇਰੀ, ਕੀ ਗੱਲਬਾਤ ਆ, ਕੀ ਤੇਰੇ ਰਿਸ਼ਤੇ ਆ। ਉਦੋਂ ਕਪਤਾਨ ਇਹਨਾਂ ਦੇ ਨਾਲ ਖੜੇ ਤੇ ਹੁਣ ਤਾਂ ਹੀ ਇਹ ਕਪਤਾਨ ਦੇ ਨਾਲ ਖੜ ਰਹੇ। ਜੀ ਬਿਲਕੁਲ, ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਕੈਪਟਨ ਸਾਹਿਬ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ, ਔਰ ਖਾਸ ਤੌਰ ਤੇ ਇਹਨਾਂ ਦੀ ਹਾਈ ਕਮਾਂਡ ਨੂੰ ਵੀ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਹੈ ਕਿ ਇਸ ਵੇਲੇ ਇਲੈਕਸ਼ਨ ਦਾ ਦੌਰ ਚੱਲ ਰਿਹਾ, ਇਲੈਕਸ਼ਨ ਦਾ ਵਰ੍ਹਾ ਚੱਲ ਰਿਹਾ, ਇਹਨੂੰ ਬਹੁਤ ਇੱਕ ਨਾਜ਼ੁਕ ਦੌਰ ਦੇ ਵਿੱਚੋਂ ਕਾਂਗਰਸ ਗੁਜ਼ਰ ਰਹੀ ਹੈ। ਸੋ ਇਸ ਕਰਕੇ ਬਹੁਤ ਫੂਕ ਕੇ ਪੈਰ ਰੱਖਣ ਦੀ ਲੋੜ ਹੈ। ਇਦਾਂ ਦੇ ਲੋਕਾਂ ਤੋਂ ਜਿਹੜਾ ਹੈਗਾ, ਖਾਸ ਤੌਰ ਤੇ ਜੇ ਪਾਰਟੀ ਨੂੰ ਅੱਗੇ ਲੈ ਕੇ ਆਉਣਾ 22 ਦੇ ਵਿੱਚ, ਤਾਂ ਇਦਾਂ ਦੇ ਲੋਕਾਂ ਤੋਂ ਤੁਹਾਨੂੰ ਗੁਰੇਜ਼ ਕਰਨਾ ਪਏਗਾ, ਇਦਾਂ ਦੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਪਏਗਾ, ਔਰ ਫੋਕਸ ਜਿਹੜਾ ਹੈਗਾ, ਜਿਵੇਂ ਹਾਈ ਕਮਾਂਡ ਕਹਿ ਰਹੀ ਹੈ ਕੈਪਟਨ ਸਾਹਿਬ ਨੂੰ ਕਿ ਤੁਸੀਂ ਆਪਣਾ ਫੋਕਸ ਆਪਣੇ ਜਿਹੜੇ ਮੁੱਦੇ ਤੁਹਾਡੇ ਅਧੂਰੇ ਪਏ ਮੁੱਦੇ ਹੈ ਉਹਨਾਂ ਦੇ ਉੱਤੇ ਕਰੋ। ਖਾਸ ਤੌਰ ਤੇ ਉਹ 18 ਮੁੱਦਿਆਂ ਦਾ ਜਿਹੜਾ ਚਿੱਠਾ ਉਹਨਾਂ ਨੂੰ ਦਿੱਤਾ ਗਿਆ ਹੈ ਕੈਪਟਨ ਸਾਹਿਬ ਨੂੰ, ਉਹਨਾਂ ਦੇ ਉੱਤੇ ਮੈਨੂੰ ਲੱਗਦਾ ਕਿ ਫੋਕਸ ਕਰਨਾ ਚਾਹੀਦਾ ਜੇ ਉਹਨਾਂ ਨੇ ਆਪਣੀ ਛਵੀ ਬਚਾਉਣੀ ਹੈ। ਨਹੀਂ ਤਾਂ ਕੀ ਹੋਏਗਾ ਕਿ ਅੱਜ ਵੀ ਉਹੀ ਗੱਲਾਂ ਪਿਛਲੀਆਂ ਦੁਹਰਾਈਆਂ ਗਈਆਂ ਤਾਂ ਲਾਜ਼ਮੀ ਤੌਰ ਤੇ ਕੈਪਟਨ ਸਾਹਿਬ ਨੂੰ ਇਹਦਾ ਬਹੁਤ ਵੱਡਾ ਘਾਟਾ ਪੈ ਸਕਦਾ ਹੈ, ਔਰ ਉਹਨਾਂ ਦੀ ਜਿਹੜੀ ਰਾਜਨੀਤਿਕ ਇਨਿੰਗ ਹੈ ਅਗਲੀ, ਉਹਦੇ ਉੱਤੇ ਪਾਲੀਆ ਚਿੰਨ ਜਿਹੜਾ ਹੈਗਾ ਲੱਗ ਸਕਦਾ ਹੈ। ਸੁਖਵਿੰਦਰ ਜੀ, ਡਾਕਟਰ ਸਾਹਿਬ, ਜਿਹੜੀ ਮੀਟਿੰਗ ਹੋਈ ਹੈ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ 3 ਮੈਂਬਰੀ ਕਮੇਟੀ ਦੇ ਨਾਲ, ਉਹਨੇ ਜਿਹੜੀ ਆਪਣੀ ਰਿਪੋਰਟ ਵੀ ਸੌਂਪ ਦਿੱਤੀ ਰਾਹੁਲ ਗਾਂਧੀ ਦੇ ਨਾਲ। ਉਹਨੇ ਦੱਸਿਆ ਕਿ ਅਸੀਂ ਭਾਈ ਕੈਪਟਨ ਅਮਰਿੰਦਰ ਸਿੰਘ ਨੂੰ ਸਾਫ਼ ਤੌਰ ਤੇ ਕਹਿਤਾ ਕਿ ਆਹ ਜਿਹੜੇ ਵਾਅਦੇ ਆ ਪੂਰੇ ਕਰ ਜਾ ਕੇ ਉੱਥੇ, ਤੇ ਨਾਲ ਹੀ ਨਾਲ ਬੈਕਫੁੱਟ ਤੇ ਇਸ ਕਰਕੇ ਵੀ ਨਜ਼ਰ ਆਇਆ ਜਿਹੜੇ ਉਹਨਾਂ ਦੇ ਵੱਲੋਂ 2 ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀ ਦਿੱਤੀ ਗਈ ਸੀ, ਉਹ ਤੇ ਵੀ ਸਾਫ਼ ਤੌਰ ਤੇ ਕਿਹਾ ਗਿਆ ਕਿ ਭਾਈ ਇਸ ਤਰ੍ਹਾਂ ਤੁਸੀਂ ਨਾ ਕਰੋ ਤੇ ਆਪਣੇ ਫੈਸਲੇ ਜਿਹੜੇ ਆ ਉਹ ਵਾਪਸ ਲਓ। ਤੇ ਜਿੱਥੇ ਇਸ ਕਰਕੇ ਬੈਕਫੁੱਟ ਤੇ ਨੇ ਤੇ ਉੱਥੇ ਚਰਚਾਵਾਂ ਇਹ ਵੀ ਨੇ ਕਿ ਪੰਜਾਬ ਦੀ ਕੈਬਨਿਟ ਦੇ ਵਿੱਚ ਵੀ ਵੱਡਾ ਫੇਰਬਦਲ ਜਿਹੜਾ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ। ਬਿਲਕੁਲ ਹੋਏਗਾ, ਕੱਲੀ ਕੈਬਨਿਟ ਦੇ ਵਿੱਚ ਹੀ ਨਹੀਂ, ਖਾਸ ਤੌਰ ਤੇ ਜਿਹੜੀ ਇਹਨਾਂ ਦਾ ਸਟਰਕਚਰ ਹੈ ਕਾਂਗਰਸ ਦਾ ਪੰਜਾਬ ਦੇ ਵਿੱਚ, ਉਹਦੇ ਵਿੱਚ ਵੀ ਬਹੁਤ ਵੱਡੇ ਫੇਰ ਬਦਲ ਦੀਆਂ ਸੰਭਾਵਨਾਵਾਂ ਲੱਗ ਰਹੀਆਂ ਨੇ। ਜਿਸ ਕਿਸਮ ਦੇ ਨਾਲ ਜਾਖੜ ਸਾਹਿਬ ਨੂੰ ਉਹਨਾਂ ਨੇ ਬੁਲਾਇਆ, ਔਰ ਹੋਰ ਬਹੁਤ ਸਾਰੇ ਜਿਹੜੇ ਮੰਤਰੀਆਂ ਨੂੰ ਜਾਂ ਹੋਰ ਐਮਐਲਏ ਸਾਹਿਬਾਨ ਨੂੰ ਜਾਂ ਐਮਪੀ ਸਾਹਿਬਾਨ ਨੂੰ ਬੁਲਾਇਆ ਗਿਆ, ਤਾਂ ਉੱਥੋਂ ਇਹ ਲੱਗ ਰਿਹਾ ਕਿ ਕਾਫੀ ਚੇਂਜਿਸ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀਆਂ ਨੇ। ਖਾਸ ਤੌਰ ਤੇ ਰਾਹੁਲ ਜੀ ਜਿਸ ਕਿਸਮ ਦੇ ਨਾਲ ਡਿਵੈਲਪ ਕਰਨਾ ਚਾਹੁੰਦੇ ਨੇ ਪੰਜਾਬ ਦੀ ਕਾਂਗਰਸ ਨੂੰ, ਤਾਂ ਮੈਨੂੰ ਲੱਗਦਾ ਕਿ ਇਹਦੇ ਵਿੱਚ ਸੋਨੀਆ ਜੀ ਨਾਲੋਂ ਰਾਹੁਲ ਜੀ ਦਾ ਜਿਹੜਾ ਹੈਗਾ ਗੱਲਬਾਤ ਉਹ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ। ਤੁਸੀਂ ਦੇਖੋਗੇ ਕਿ ਜਿਹੜੀ ਖੜਗੇ ਕਮੇਟੀ ਵੀ ਹੈ, ਖੜਗੇ ਕਮੇਟੀ ਨੇ ਵੀ ਕਈ ਰੰਗ ਬਦਲੇ ਨੇ। ਸ਼ੁਰੂ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕੈਪਟਨ ਸਾਹਿਬ ਨੂੰ ਅੱਗੇ ਲਿਆਂਦਾ ਜਾਏ, ਔਰ ਕੈਪਟਨ ਸਾਹਿਬ ਦੀਆਂ ਜਿਹੜੀਆਂ ਨਾਕਾਮੀਆਂ ਸੀਗੀਆਂ ਉਹਨਾਂ ਦੇ ਉੱਤੇ ਮਿੱਟੀ ਪਾਈ ਜਾਏ, ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਏ। ਪਰ ਜਦੋਂ ਮਿੱਟੀ ਨਹੀਂ ਪਈ, ਉਹ ਸਾਰੀਆਂ ਚੀਜ਼ਾਂ ਐਕਸਪੋਜ਼ ਹੋਈਆਂ, ਤਾਂ ਉਹਨਾਂ ਨੂੰ ਵੀ ਆਪਣਾ ਪੈਂਤੜਾ ਬਦਲਣਾ ਪਿਆ, ਖਾਸ ਤੌਰ ਤੇ ਰਾਵਤ ਹੋਰਾਂ ਨੂੰ ਜਾਂ ਖੜਗੇ ਸਾਹਿਬ ਨੂੰ ਜਾਂ ਹੋਰ ਜਿਹੜੇ ਇਦਾਂ ਦੇ ਬੰਦੇ ਸੀਗੇ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਖੜਗੇ ਕਮੇਟੀ ਵੀ ਇਸ ਵੇਲੇ ਰਾਹੁਲ ਜੀ ਜੋ ਚਾਹੁੰਦੇ ਨੇ ਉਸ ਕਿਸਮ ਦੇ ਬਿਆਨ ਜਿਹੜੀ ਹੈਗਾ ਦੇ ਰਹੀ ਹੈ। ਕੱਲ ਵੀ ਜਦੋਂ ਰਾਹੁਲ ਹੋਰਾਂ ਦੇ ਬਾਰੇ ਗੱਲਬਾਤ ਚੱਲ ਰਹੀ ਸੀਗੀ, ਔਰ ਖਾਸ ਤੌਰ ਤੇ ਜਦੋਂ ਪ੍ਰਤਾਪ ਸਿੰਘ ਬਾਜਵਾ ਜੀ ਬਹੁਤ ਕੌਨਫੀਡੈਂਸ ਦੇ ਵਿੱਚ ਬੋਲ ਰਹੇ ਸੀਗੇ ਕਿ ਮੇਰੀ ਸਾਰੀ ਗੱਲ ਜਿਹੜੀ ਹੈਗੀ ਹੈ ਮੰਨੀ ਗਈ ਹੈ ਔਰ ਮੈਂ ਸੁਣਾਈ ਹੈ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਉਹਨਾਂ ਨੇ ਕਿਹਾ ਕਿ ਇਸ ਸਾਰੇ ਮਸਲੇ ਦਾ ਹੱਲ ਹੋ ਜਾਏਗਾ।
ਸੋ ਉੱਥੋਂ ਸਾਨੂੰ ਲੱਗ ਰਿਹਾ ਹੈ ਕਿ ਕੈਪਟਨ ਸਾਹਿਬ ਦੇ ਜਿਹੜੇ ਵਿਰੋਧੀਆਂ ਦੀ ਜਿਹੜੀਆਂ ਗੱਲਾਂ ਨੇ ਉਹ ਜ਼ਿਆਦਾ ਧਿਆਨ ਨਾਲ ਸੁਣੀਆਂ ਗਈਆਂ ਨੇ ਔਰ ਉਹਨਾਂ ਨੂੰ ਬਹੁਤ ਜਲਦੀ ਜਿਹੜਾ ਹੈਗਾ ਹੱਲ ਕੀਤਾ ਜਾਏਗਾ। ਔਰ ਇਹ ਹੱਲ ਤਾਂ ਹੀ ਹੋਣਗੀਆਂ ਜੇ ਨਵੇਂ ਚਿਹਰੇ ਲਿਆਂਦੇ ਜਾਣਗੇ, ਚਾਹੇ ਉਹ ਕੈਬਨਿਟ ਦੇ ਵਿੱਚ ਹੋਣ, ਚਾਹੇ ਉਹ ਸਟਰਕਚਰ ਦੇ ਵਿੱਚ ਹੋਣ। ਔਰ ਇਹ ਜੇ ਨਵੇਂ ਚਿਹਰੇ ਆਉਣਗੇ ਔਰ ਮੈਰਿਟ ਦੇ ਆਧਾਰ ਤੇ ਆਉਣਗੇ, ਮੈਨੂੰ ਇਹ ਲੱਗਦਾ ਹੈ ਕਿ ਉਮੀਦ ਇਹ ਕੀਤੀ ਜਾਣੀ ਬਣਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ, ਜਿਵੇਂ ਤੁਸੀਂ 2 ਨੌਕਰੀਆਂ ਦੀ ਗੱਲਾਂ ਕਰਦੇ ਹੋ, ਤਾਂ ਪੰਜਾਬ ਦੇ ਵਿੱਚ ਜਿਹੜੀ ਇਸ ਵੇਲੇ ਲੋਕਾਂ ਦੀ ਮੰਗ ਹੈ ਉਹ ਹੈ ਕਿ ਮੈਰਿਟ ਦੇ ਆਧਾਰ ਤੇ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ। ਨੌਕਰੀਆਂ ਵੀ ਮਿਲਣ, ਸਰਕਾਰੀ ਨੌਕਰੀਆਂ। ਇਹਨਾਂ ਨੇ ਜਿਹੜਾ ਚਿੱਠਾ ਦੇ ਵਿੱਚ ਇੱਕ ਪੁਆਇੰਟ ਇਹ ਵੀ ਲਿਖਿਆ ਕਿ ਨੌਕਰੀਆਂ, ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਲੋਕਾਂ ਨੂੰ। ਸੋ ਉਹਦੇ ਵਿੱਚ ਸਰਕਾਰੀ ਨੌਕਰੀਆਂ ਕਿਵੇਂ ਦਿੱਤੀਆਂ ਜਾਣ, ਉਹ ਮੈਰਿਟ ਦੇ ਆਧਾਰ ਤੇ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਸੋ ਉਮੀਦ ਇਹ ਕੀਤੀ ਜਾਣੀ ਚਾਹੀਦੀ ਹੈ ਕਿ ਤਰਸ ਨੂੰ ਛੱਡ ਕੇ ਮੈਰਿਟ ਦੀ ਜਿਹੜੀ ਪ੍ਰੈਫਰੈਂਸ ਹੈ ਉਹ ਮਿਲਣੀ ਚਾਹੀਦੀ ਹੈ ਲੋਕਾਂ ਨੂੰ। ਅੱਜ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਸੜਕਾਂ ਤੇ ਬੈਠੇ ਨੇ, ਕੋਈ ਨਹਿਰਾਂ 'ਚ ਛਾਲਾਂ ਮਾਰ ਰਹੇ ਨੇ, ਕੋਈ ਟਾਵਰਾਂ ਤੇ ਚੜੇ ਹੋਏ ਨੇ। ਸੋ ਉਸ ਚੀਜ਼ ਨੂੰ ਹੱਲ ਕਰਨ ਦੇ ਲਈ ਮੈਨੂੰ ਲੱਗਦਾ ਹੈ ਕਿ ਕੈਪਟਨ ਸਾਹਿਬ ਨੂੰ ਜਿਹੜੀ ਇੱਕ ਗੱਲ ਮਿਸਿੰਗ ਹੈ ਇਹਦੇ ਵਿੱਚ, ਜਿਹੜੀ ਕਿ ਹਾਈ ਕਮਾਂਡ ਦਾ ਨੂੰ ਨੋਟਿਸ ਲੈਣਾ ਚਾਹੀਦਾ ਸੀਗਾ, ਉਹ ਇਹ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਕਿਉਂ ਨਹੀਂ ਜਾ ਰਹੇ, ਪੰਜਾਬ ਦੇ ਵਿੱਚ ਐਂਟਰੀ ਤੁਹਾਡੀ ਕਿਉਂ ਨਹੀਂ ਹੋ ਰਹੀ 4.5 ਸਾਲ ਤੋਂ। ਇਹ ਬਹੁਤ ਵੱਡਾ ਸਵਾਲ ਜਿਹੜਾ ਹੈਗਾ ਪੁੱਛਿਆ ਜਾਣਾ ਬਣਦਾ ਸੀਗਾ ਕੈਪਟਨ ਸਾਹਿਬ ਨੂੰ, ਜਾਂ ਅਗਲੇ ਦਿਨਾਂ ਦੇ ਵਿੱਚ ਇਹ ਕਹਿਣਾ ਬਣਦਾ ਸੀਗਾ ਹਾਈ ਕਮਾਂਡ ਦਾ ਕਿ ਭਾਈ ਜੇ ਤੁਸੀਂ ਇਹ ਮਸਲੇ ਹੱਲ ਕਰਨੇ ਨੇ ਤਾਂ ਘੱਟੋ ਘੱਟ ਪੰਜਾਬ ਦੇ ਲੋਕਾਂ ਨੂੰ ਦੇਖੋ ਤਾਂ ਸਹੀ, ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰੋ ਤਾਂ ਸਹੀ। ਸੋ ਇਸ ਗੱਲ ਦੀ ਮੈਨੂੰ ਲੱਗਦਾ ਹੈ ਕਿ ਇਹਨਾਂ 18 ਪੁਆਇੰਟਾਂ ਦੇ ਵਿੱਚ ਇੱਕ ਮਿਸਿੰਗ ਜਿਹੜੀ ਗੱਲ ਜ਼ਰੂਰ ਹੈ। ਔਰ ਜੋ ਸਭ ਕੁਝ ਇਹ ਚੱਲ ਰਿਹਾ, ਕੀ ਲੱਗਦਾ ਕਿ ਸਿੱਧੂ ਯੁੱਗ ਦੀ ਸ਼ੁਰੂਆਤ ਹੋਣੀ ਲਾਜ਼ਮੀ ਹੈ? ਦੇਖੋ, ਇਹ ਕੁਦਰਤ ਦਾ ਨਿਯਮ ਹੈ ਸੁਖਵਿੰਦਰ ਜੀ। ਇਹ ਮੈਂ ਕੋਈ ਏਦਾਂ ਨਹੀਂ ਕਹਿ ਰਿਹਾ, ਇਹ ਕੁਦਰਤ ਦਾ ਨਿਯਮ ਹੈ ਕਿ ਬਦਲਾਅ ਜਿਹੜਾ ਹੈਗਾ ਹਰ ਚੀਜ਼ 'ਚ ਆਉਂਦਾ ਹੈ। ਸੋ ਇਸ ਕਰਕੇ ਜਦੋਂ ਕੈਪਟਨ ਸਾਹਿਬ ਆਏ ਸੀਗੇ ਤਾਂ ਉਸ ਵੇਲੇ ਇੱਕ ਵੱਡਾ ਖਲਾਅ ਸੀਗਾ, ਖਾਸ ਤੌਰ ਤੇ ਬੇਅੰਤ ਸਿੰਘ ਹੋਰਾਂ ਦੀ ਡੈਥ ਹੋ ਚੁੱਕੀ ਸੀਗੀ ਔਰ ਬੇਅੰਤ ਸਿੰਘ ਤੋਂ ਬਾਅਦ ਇੱਕ ਵੱਡਾ ਲੀਡਰ ਕਾਂਗਰਸ ਨੂੰ ਚਾਹੀਦਾ ਸੀਗਾ ਔਰ ਉਹਨਾਂ ਨੇ ਅਕਾਲੀਆਂ 'ਚੋਂ ਆਇਆ ਹੋਇਆ ਬੰਦਾ ਜਿਹੜਾ ਸੀਗਾ ਉਹ ਅੱਗੇ ਲਿਆਂਦਾ ਔਰ ਕੈਪਟਨ ਸਾਹਿਬ ਨੂੰ ਪੰਜਾਬ ਦਾ ਕੈਪਟਨ ਬਣਾਇਆ। ਪਰ ਹੁਣ ਕਿਉਂਕਿ ਕੈਪਟਨ ਸਾਹਿਬ ਦੀ ਇਨਿੰਗ ਖਤਮ ਹੋ ਰਹੀ ਹੈ ਔਰ ਆਪਣੇ ਜਿਹੜੇ ਹੈਗਾ ਪੋਲੀਟੀਕਲ ਕੈਰੀਅਰ ਦੇ ਆਖਰੀ ਸਾਹ ਗਿਣ ਰਹੇ ਨੇ ਉਹ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਚਿਹਰੇ ਆਉਣਗੇ ਲਾਜ਼ਮੀ ਤੌਰ ਤੇ। ਔਰ ਇਹਦੇ ਵਿੱਚ ਜੇ ਆਪਾਂ ਸਭ ਤੋਂ ਪੰਜਾਬ ਦੇ ਵਿੱਚ ਜੇ ਵੱਡਾ ਨੇਤਾ ਦੀ ਗੱਲ ਕਰਦੇ ਆ ਕਾਂਗਰਸ ਦੇ ਵਿੱਚ, ਤਾਂ ਲਾਜ਼ਮੀ ਤੌਰ ਤੇ ਨਵਜੋਤ ਸਿੰਘ ਸਿੱਧੂ ਦਾ ਨਾਂ ਸਭ ਤੋਂ ਉੱਪਰ ਆ ਸਕਦਾ ਹੈ। ਸੋ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ 22 ਦੇ ਵਿੱਚ ਹਾਈ ਕਮਾਂਡ ਜਿਹੜੀ ਹੈਗੀ ਹੈ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਲੈ ਕੇ ਆਏਗੀ। ਔਰ ਜੇ ਉਹ ਲੈ ਕੇ ਆਉਂਦੀ ਹੈ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਪੰਜਾਬ ਦਾ ਵੀ ਭਲਾ ਹੋਏਗਾ, ਪੰਜਾਬ ਦੇ ਲੋਕਾਂ ਦਾ ਵੀ ਔਰ ਕਾਂਗਰਸ ਦਾ ਵੀ ਭਲਾ ਹੈ। ਜੇ ਕਾਂਗਰਸ ਅਗਲੀਆਂ ਇਨਿੰਗਾਂ ਖੇਡਣਾ ਚਾਹੁੰਦੀ ਹੈ ਜਾਂ ਰਾਜਸਥਾਨ ਜਾਂ MP ਵਰਗੀ ਹਾਲਾਤ ਪੈਦਾ ਨਹੀਂ ਕਰਨਾ ਚਾਹੁੰਦੀ ਇੱਥੇ, ਤਾਂ ਲਾਜ਼ਮੀ ਤੌਰ ਤੇ ਨਵੇਂ ਚਿਹਰੇ ਤਾਂ ਉਹਨਾਂ ਨੂੰ ਲਿਆਉਣੇ ਪੈਣਗੇ। ਨਹੀਂ ਤਾਂ ਇਦਾਂ ਜਿਹੜਾ ਇਹ ਰਫੜ ਜਿਹੜਾ ਹੈਗਾ, ਇਹ ਕਾਟੋ ਕਲੇਸ਼ ਜਿਹੜਾ ਹੈਗਾ ਬਹੁਤ ਤੇਜ਼ੀ ਦੇ ਨਾਲ ਵਧੇਗਾ ਔਰ ਇਹਦਾ ਨੁਕਸਾਨ 22 ਦੇ ਵਿੱਚ ਹੋ ਸਕਦਾ ਹੈ। ਸੁਖਿੰਦਰ ਜੀ, ਕਿਵੇਂ ਦੇਖਦੇ ਹੋ ਕਿ ਹੁਣ SIT ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਵੀ ਤਲਬ ਕੀਤਾ ਗਿਆ? ਇਸ ਤੋਂ ਪਹਿਲਾਂ DGP ਸੁਮੇਧ ਸਿੰਘ, ਸਾਬਕਾ DGP ਸੁਮੇਧ ਸਿੰਘ ਸੈਣੀ, ਪਰਮਰਾਜ ਸਿੰਘ ਉਮਰਨਾਰ ਨੰਗਲ, ਚਰਨਜੀਤ ਸ਼ਰਮਾ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਵੀ ਤਲਬ ਕਰਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਤੇ ਹੁਣ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਵੀ ਜਿਹੜਾ ਬੁਲਾਇਆ ਗਿਆ, ਕਿਵੇਂ ਦੇਖਦੇ ਇਸ ਪੂਰੇ ਮਾਮਲੇ? ਸੁਖਵਿੰਦਰ ਜੀ, ਆਪਾਂ ਪਹਿਲਾਂ ਵੀ ਇਸ ਗੱਲ ਦੇ ਉੱਤੇ ਚਰਚਾ ਕਰਦੇ ਰਹੇ ਹਾਂ। ਮੈਂ ਇੱਥੇ ਇੱਕ ਜਿਹੜੀ ਬੁਨਿਆਦੀ ਗੱਲ ਇਹ ਕਹਿਣਾ ਚਾਹੁੰਦਾ ਕਿ ਸਿੱਟਾਂ ਬਣਦੀਆਂ ਰਹੀਆਂ, ਕਮਿਸ਼ਨ ਬਣਦੇ ਰਹੇ ਔਰ ਇਹ ਲੋਕ ਤਲਬ ਪਹਿਲਾਂ ਵੀ ਹੁੰਦੇ ਰਹੇ। ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਪੁਰਾਣੀਆਂ ਸਿੱਟਾਂ ਸੀਗੀਆਂ ਉਹਦੇ ਵਿੱਚ ਵੀ ਇਹਨਾਂ ਦੀ ਤਲਬਦਾਰੀ ਹੋਈ ਹੈ ਔਰ ਇਹਨਾਂ ਤੋਂ ਸਵਾਲ ਪੁੱਛੇ ਗਏ ਨੇ, ਚਾਹੇ ਵੱਡੇ ਬਾਦਲ ਸਾਹਿਬ ਹੋਣ ਚਾਹੇ ਛੋਟੇ ਬਾਦਲ ਸਾਹਿਬ ਹੋਣ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੰਨੀ ਦੇਰ ਸਰਕਾਰ ਦੀ ਨੀਤ ਔਰ ਨੀਤੀ ਸਾਫ਼ ਨਹੀਂ ਹੈ, ਉਨੀ ਦੇਰ ਚਾਹੇ ਜਿਹੜੀ ਅਫਸਰਸ਼ਾਹੀ ਹੈ ਥੱਲੇ ਕਿੰਨੇ ਮਰਜ਼ੀ ਕੁਐਸਚਨ ਪਿਛਲੇ, ਕਿੰਨੇ ਮਰਜ਼ੀ ਉਹਨਾਂ ਨੂੰ ਤਲਬ ਕਰ ਲਏ, ਜਦੋਂ ਸਿੱਟਾ ਨਿਕਲਣਾ ਹੈ ਗੱਲ ਤਾਂ ਉੱਥੇ ਆ ਕੇ ਮੁੱਕਣੀ ਹੈ। ਕਿ ਮੈਂ ਇਹ ਕਹਿਣਾ ਚਾਹੁੰਦਾ ਕਿ ਸਿੱਟਾ ਜਿਹੜਾ ਹੈਗਾ ਉਹਦੀਆਂ ਬਹੁਤ ਘੱਟ ਸੰਭਾਵਨਾਵਾਂ ਨੇ ਕਿ ਲੋਕਾਂ ਨੂੰ ਨਿਆਂ ਮਿਲੇਗਾ, ਖਾਸ ਤੌਰ ਤੇ ਸਿੱਖਾਂ ਨੂੰ ਇਸ ਗੱਲ ਦਾ ਨਿਆਂ ਮਿਲੇਗਾ। ਇਹਦੀਆਂ ਸੰਭਾਵਨਾਵਾਂ ਇਸ ਸਰਕਾਰ ਦੇ ਵਿੱਚ ਘੱਟੋ ਘੱਟ ਮੈਨੂੰ ਨਜ਼ਰ ਨਹੀਂ ਆ ਰਹੀਆਂ। ਹਾਂ, ਗੋਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਜ਼ਰੂਰ ਹੋ ਰਹੀ ਹੈ, ਸਿੱਟਾਂ ਬਣਾਈਆਂ ਜਾ ਰਹੀਆਂ ਨੇ, ਨਵੀਆਂ ਸਿੱਟਾਂ ਬਣਾਈਆਂ ਜਾ ਰਹੀਆਂ ਨੇ ਔਰ ਫੜਾਫੜੀ ਜਿਹੜੀ ਹੈਗੀ ਆ ਥੱਲੇ ਲੈਵਲ ਤੇ, ਜਿਵੇਂ ਨਸ਼ਿਆਂ ਦੇ ਮੁੱਦੇ 'ਚ ਹੋਇਆ ਕਿ ਜਿਹੜੇ ਥੱਲੜੀਆਂ ਛੋਟੀਆਂ ਮੱਛੀਆਂ ਨੇ ਉਹਨਾਂ ਨੂੰ ਫੜ ਲਓ ਔਰ ਲੋਕਾਂ ਨੂੰ ਦਿਖਾਓ ਕਿ ਅਸੀਂ ਬਹੁਤ ਵੱਡੀਆਂ ਕਾਰਵਾਈਆਂ ਕਰ ਰਹੇ ਹਾਂ। ਇੱਦਾਂ ਦਾ ਦਿਖਾਵਾ ਜਿਹੜਾ ਹੈਗਾ ਜ਼ਰੂਰ ਹੋਏਗਾ, ਪਰ ਜਿਹੜੀਆਂ ਸਿੱਟਾਂ ਨਿਕਲਣਾ ਅਖੀਰ ਨੂੰ, ਉਹ ਸਿੱਟੇ ਦੀ ਸੰਭਾਵਨਾਵਾਂ
ਇਸ ਰਜੀਮ ਦੇ ਵਿੱਚ ਕਾਂਗਰਸ ਦੀ ਖਾਸ ਤੌਰ ਤੇ ਕੈਪਟਨ ਸਾਹਿਬ ਤੋਂ ਬਹੁਤ ਘੱਟ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਸੁਖਵਿੰਦਰ ਜੀ। ਬਿਲਕੁਲ। ਤਾਂ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਤਾਂ ਇਸ ਤਰ੍ਹਾਂ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਜੁੜ ਕੇ ਸਾਡੇ ਨਾਲ ਇਹਨਾਂ ਅਹਿਮ ਖਬਰਾਂ ਦੇ ਉੱਪਰ ਗੱਲਬਾਤ ਕੀਤੀ ਗਈ, ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਗਏ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਹੋਣਾ ਦੇ ਜਿਹੜੇ ਕੀਮਤੀ ਵਿਚਾਰ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।